ਮੈਨੂੰ ਲੱਗਦਾ ਹੈ ਕਿ ਅਸੀਂ ਮਜ਼ਾਕ ਉਡਾ ਰਹੇ ਹਾਂ ਪੰਜਾਬੀਆਂ ਦਾ। ਦਰਅਸਲ ਪੰਜਾਬ ਇਹਨਾਂ ਚੀਜ਼ਾਂ ਲਈ ਜਾਣਿਆ ਨਹੀਂ ਸੀ ਜਾਂਦਾ। ਸਿਰਕੱਢ ਯੋਧੇ ਜਿਨ੍ਹਾਂ ਨੇ ਪੈਦਾ ਕੀਤੇ ਹੋਣ, ਛਾਤੀਆਂ ਤੇ ਗੋਲੀਆਂ ਖਾਣ ਵਾਲੇ ਜਿੱਥੋਂ ਪੈਦਾ ਹੋਏ ਹੋਣ, ਕਿਸ ਤਰੀਕੇ ਉਹਨਾਂ ਦੀਆਂ ਹੌਲੀ-ਹੌਲੀ ਜੜ੍ਹਾਂ ਖੋਖਲੀਆਂ ਕੀਤੀਆਂ ਗਈਆਂ ਨੇ, ਇਹ ਹੁਣ ਲੋਕਾਂ ਨੂੰ ਪਤਾ ਹੈ। ਇੰਨੇ ਕੁ ਲੋਕ ਜਾਗਰੂਕ ਹੋ ਚੁੱਕੇ ਨੇ। ਬਹੁਤ ਥਾਂ ਤੇ ਇਹਨਾਂ ਦਾ ਨਾਜਾਇਜ਼ ਫਾਇਦਾ ਚੁੱਕਿਆ ਜਾਂਦਾ ਹੈ, ਜਿੱਥੇ ਇਸੇ ਗੋਰਖ ਧੰਦੇ ਵਿੱਚ ਇਹਨਾਂ ਨੂੰ ਫਸਾ ਦਿੱਤਾ ਜਾਂਦਾ ਹੈ ਕਿ ਤੁਹਾਨੂੰ ਪੈਸੇ ਦੇਵਾਂਗੇ, ਤੁਸੀਂ ਇਸੇ ਹੀ ਨਸ਼ੇ ਦੇ ਵਪਾਰੀਆਂ ਦਾ ਹੀ ਇੱਕ ਹਿੱਸਾ ਬਣ ਜਾਓ। ਮਜਬੂਰੀ ਵਸ ਸਾਨੂੰ ਇਸੇ ਦਾ ਹਿੱਸਾ ਬਣਨਾ ਪਿਆ, ਨਸ਼ਾ ਸਪਲਾਈ ਕਰਨਾ ਪਿਆ। ਤੇ ਕਿੱਥੇ? ਮਿਸਡ ਕਾਲਾਂ ਵਿੱਚ ਵੀ, ਯੂਨੀਵਰਸਿਟੀਜ਼ 'ਚ, ਕਾਲਜਿਸ ਵਿੱਚ, ਸਕੂਲਾਂ ਦੇ ਬਾਹਰ। ਜਦੋਂ ਅਖੀਰ ਫੜੇ ਜਾਣ ਦੇ ਉੱਤੇ ਉਹਨਾਂ ਨੂੰ ਪਤਾ ਹੈ ਕਿ ਅਸੀਂ ਉਮਰ ਭਰ ਲਈ ਅੰਦਰ ਤਾੜੇ ਜਾਣਾ, ਤਾਂ ਫਿਰ ਉਹਨਾਂ ਨੂੰ ਹੋਰ ਇੱਕ ਨੈਕਸਸ 'ਚ ਫਸਾਇਆ ਜਾਂਦਾ ਕਿ ਹੋਰ ਬੇਟੀਆਂ ਨੂੰ ਫਸਾਓ। ਫਿਰ ਉਹ ਬੇਟੀਆਂ ਨੂੰ ਜਿਸ ਤਰੀਕੇ ਉਹਨਾਂ ਦਾ ਸਰੀਰਕ ਸ਼ੋਸ਼ਣ ਹੁੰਦਾ, ਸੱਚ ਇੰਜ ਲੱਗਦਾ ਜਿਵੇਂ ਕੰਨਾਂ 'ਚ ਪਿਘਲਿਆ ਸ਼ੀਸ਼ਾ ਪੈ ਰਿਹਾ ਹੋਏ, ਸੁਣਿਆ ਨਹੀਂ ਜਾਂਦਾ ਜਿਸ ਨਰਕ 'ਚ ਸਾਡੀਆਂ ਬੇਟੀਆਂ ਧੱਕੀਆਂ ਗਈਆਂ। ਸੋ ਇੱਕ ਧੰਦਾ ਬਣਾ ਛੱਡਿਆ ਅਸੀਂ ਇਹ ਬਣਾਉਣਾ ਵੀ, ਜਿੱਥੇ ਗੁਰੂ ਤੇ ਸ਼ਿਸ਼ ਦੀ ਇੱਜ਼ਤ ਜੋ ਪਹਿਲੇ ਸਮਿਆਂ ਵਿੱਚ ਹੁੰਦੀ ਸੀ, ਉਹ ਹੈ ਨਹੀਂ। ਕਿ ਤੇਰੇ ਨਾਲ ਕੋਈ ਰੱਤੀ ਮਾਸਾ ਲੜਾਈ ਹੋਈ ਸਕੂਲ ਵਿੱਚ ਤਾਂ ਵਾਪਸ ਕੁੱਟ ਕੇ ਆਈ, ਇਹ ਸਿੱਖਿਆ ਸਾਡੀ ਇੰਜ ਦੀ ਨਹੀਂ ਸੀ ਹੁੰਦੀ। ਸਾਡੇ ਪਿੰਡਾਂ ਵਿੱਚ ਤਾਂ ਦੂਜੇ ਲਈ ਜਾਨ ਵਾਰਨ ਦੀ ਗੱਲ ਹੁੰਦੀ ਸੀ ਕਿ ਇੱਕ ਧੀ ਦਾ ਵਿਆਹ ਹੈ ਤੇ ਸਾਰੇ ਪਿੰਡ ਦੇ ਦਰਵਾਜ਼ੇ ਖੁੱਲ੍ਹ ਜਾਂਦੇ ਸਨ। ਪਰ ਹੁਣ ਅਫਸੋਸ ਕਿ ਉਹੀ ਗੁਆਂਢ ਦੀ ਅੱਜ ਧੀ ਸਾਨੂੰ ਇੱਕ ਸ਼ੈ ਲੱਗਦੀ ਹੈ ਤੇ ਉਹਦਾ ਸਮੂਹਕ ਬਲਾਤਕਾਰ ਕਰ ਰਹੇ ਹਾਂ। ਇਹ ਤਬਦੀਲੀ ਵਾਕਈ ਪੰਜਾਬ ਦੇ ਵਿੱਚ ਬਹੁਤ ਮਾਰੂ ਹੋਣ ਵਾਲੀ ਹੈ। ਆਪਣੀ ਨੌਜਵਾਨੀ ਕਰਕੇ ਜਿਹੜਾ ਪੰਜਾਬ ਹੈ ਕਦੇ ਸਾਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਸੀ, ਪਰ ਅੱਜ ਸਾਨੂੰ ਨਸ਼ਾ ਵਿਰੋਧੀ ਹਫ਼ਤਾ ਮਨਾਉਣਾ ਪੈਂਦਾ, ਕਿਉਂਕਿ ਜਿਹੜੀ ਪੰਜਾਬ ਦੀ ਜਵਾਨੀ ਹੈ ਨਸ਼ੇ ਦੀ ਦਲਦਲ ਦੇ ਵਿੱਚ ਫਸਦੀ ਜਾ ਰਹੀ ਹੈ। ਸਾਡੇ ਨਾਲ ਹਰ ਮੁੱਦੇ ਦੇ ਉੱਤੇ ਬੜੀ ਬੇਬਾਕੀ ਦੇ ਨਾਲ ਗੱਲ ਕਰਨ ਵਾਲੇ ਡਾਕਟਰ ਹਰਸ਼ਿੰਦਰ ਕੌਰ ਨੇ। ਇਹਨਾਂ ਤੋਂ ਜਾਣਦੇ ਹਾਂ ਕਿ ਆਖਰ ਕੀ ਕਾਰਨ ਸੀ ਸਾਡੀ ਜਿਹੜੀ ਜਵਾਨੀ ਹੈ ਨਸ਼ੇ ਦੇ ਦਲਦਲ ਵਿੱਚ ਫਸਦੀ ਜਾਂਦੀ ਹੈ ਤੇ ਇਹਨੂੰ ਬਚਾਇਆ ਕਿਵੇਂ ਜਾ ਸਕਦਾ ਹੈ। ਕਿ ਇੱਕ ਹਫ਼ਤਾ ਨਸ਼ਾ ਵਿਰੋਧੀ ਮਨਾ ਕੇ ਸਾਡੀ ਜਿਹੜੀ ਜਵਾਨੀ ਨੂੰ ਨਸ਼ੇ ਦੀ ਦਲਦਲ ਵਿੱਚੋਂ ਕੱਢਿਆ ਜਾ ਸਕਦਾ ਹੈ। ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ। ਤੇ ਤੁਹਾਡੇ ਰਾਹੀਂ ਜਿੰਨੇ ਵੀ ਸੁਣ ਰਹੇ ਨੇ ਸਾਰਿਆਂ ਨੂੰ ਨਿੱਘੀ ਫਤਿਹ। ਡਾਕਟਰ ਸਾਹਿਬ, ਅਸੀਂ ਹਰ ਸਾਲ ਇੱਕ ਹਫ਼ਤਾ ਮਨਾਉਂਦੇ ਹਾਂ ਨਸ਼ਾ ਵਿਰੋਧੀ। ਸਾਡੀ ਜਵਾਨੀ ਨਸ਼ੇ ਦੀ ਦਲਦਲ ਵਿੱਚ ਫਸ ਗਈ, ਕੀ ਇੱਕ ਹਫ਼ਤਾ ਕਾਫੀ ਹੈ? ਮੈਨੂੰ ਲੱਗਦਾ ਹੈ ਕਿ ਅਸੀਂ ਮਜ਼ਾਕ ਉਡਾ ਰਹੇ ਹਾਂ ਪੰਜਾਬੀਆਂ ਦਾ। ਦਰਅਸਲ ਪੰਜਾਬ ਇਹਨਾਂ ਚੀਜ਼ਾਂ ਲਈ ਜਾਣਿਆ ਨਹੀਂ ਸੀ ਜਾਂਦਾ। ਸਿਰਕੱਢ ਯੋਧੇ ਜਿਨ੍ਹਾਂ ਨੇ ਪੈਦਾ ਕੀਤੇ ਹੋਣ, ਛਾਤੀਆਂ ਤੇ ਗੋਲੀਆਂ ਖਾਣ ਵਾਲੇ ਜਿੱਥੋਂ ਪੈਦਾ ਹੋਏ ਹੋਣ, ਕਿਸ ਤਰੀਕੇ ਉਹਨਾਂ ਦੀਆਂ ਹੌਲੀ-ਹੌਲੀ ਜੜ੍ਹਾਂ ਖੋਖਲੀਆਂ ਕੀਤੀਆਂ ਗਈਆਂ ਨੇ, ਇਹ ਹੁਣ ਲੋਕਾਂ ਨੂੰ ਪਤਾ ਹੈ। ਇੰਨੇ ਕੁ ਲੋਕ ਜਾਗਰੂਕ ਹੋ ਚੁੱਕੇ ਨੇ। ਜਿਸ ਤਰੀਕੇ ਦਾ ਨੈਕਸਸ ਇਸ ਵੇਲੇ ਸਿਆਸਤਦਾਨਾਂ ਤੋਂ ਲੈ ਕੇ ਹੇਠਾਂ, ਜਦੋਂ ਕਿ ਪਾਰਲੀਮੈਂਟ ਵਿੱਚ ਸਟੇਟਮੈਂਟ ਦਿੱਤੀ ਗਈ ਹੋਏ ਕਿ ਇੱਥੋਂ ਦੇ ਪੁਲਿਸ ਪਰਸੋਨਲ, ਹਾਈ ਓਫੀਸ਼ੀਅਲਸ ਖਾਸ ਤੌਰ 'ਤੇ, ਤੇ ਫਿਰ ਕੁਝ ਜੋ ਸਰਹੱਦ ਦੇ ਨੇੜੇ ਤੇੜੇ ਫੌਜੀ ਨੇ ਜਿਹੜੇ ਕਿ ਫੜੇ ਵੀ ਜਾ ਚੁੱਕੇ ਨੇ, ਇਹੋ ਜਿਹੇ 64, ਜੋ ਕਿ ਇਹ ਤਾਂ ਪਾਰਲੀਮੈਂਟ ਵਿੱਚ ਸਟੇਟਮੈਂਟ ਦਿੱਤੀ ਗਈ ਸੀ ਰਜੀਜੂ ਜੀ ਵੱਲੋਂ ਕਿ ਇੰਨੇ ਫੜੇ ਜਾ ਚੁੱਕੇ ਨੇ, ਤੇ ਉਹਨਾਂ ਦੇ ਨੈਕਸਸ ਜੋ ਲੱਭੇ ਨੇ ਉੱਪਰ ਤੱਕ ਪੋਲੀਟੀਕਲ ਜੋ ਉਹਨਾਂ ਦੇ ਮਿਲੇ ਨੇ। ਇਹਦਾ ਮਤਲਬ ਹੈ ਵਾੜ ਤਾਂ ਖੇਤ ਨੂੰ ਖਾ ਰਹੀ ਹੈ ਤੇ ਅਸੀਂ ਕਿਸ ਦੇ ਉੱਤੇ ਉਂਗਲ ਧਰ ਰਹੇ ਹਾਂ। ਯਾਨੀ ਇਹ ਤਾਂ ਸਾਨੂੰ ਬੇਵਕੂਫ ਬਣਾਉਣ ਲਈ ਇੱਕ ਯਤਨ ਕੀਤਾ ਗਿਆ ਹੈ ਕਿ ਅਸੀਂ ਉੱਧਰੋਂ ਧਿਆਨ ਹਟਾ ਕੇ ਤੇ ਆਪਣੇ ਨੌਜਵਾਨਾਂ ਨੂੰ ਹੀ ਸ਼ਰਮਿੰਦਾ ਕਰਦੇ ਫਿਰੀਏ ਕਿ ਤੁਸੀਂ ਇਸ ਪਾਸੇ ਨੂੰ ਗਏ, ਜਦ ਕਿ ਉੱਥੇ ਤੱਕ ਪਹੁੰਚਾਉਣ ਵਾਲੇ ਹੀ ਉਹ ਸਨ। ਮੇਰੀ ਅੱਜ ਹੀ ਹੁਣ ਔਨਲਾਈਨ ਅਲੱਗ-ਅਲੱਗ ਕਾਲਜਿਸ 'ਚ ਮੀਟਿੰਗ ਸੀ। ਮੈਂ ਹੈਰਾਨ ਸਾਂ ਕਿ ਜਦੋਂ ਔਨਲਾਈਨ ਉਹ ਮੈਨੂੰ ਬੱਚੀਆਂ ਦੱਸ ਰਹੀਆਂ ਸਨ, ਇੱਕ ਮਿਸਡ ਕਾਲ 'ਤੇ ਸਾਡੇ ਡਰੱਗਸ ਅਵੇਲੇਬਲ ਹੈ। ਸਾਨੂੰ ਪਤਾ ਹੈ, ਅਸੀਂ ਵਾਰ-ਵਾਰ ਦੱਸ ਰਹੇ ਹਾਂ, ਸਾਡੇ ਕਾਲਜ ਦੇ ਬਾਹਰ ਇਹ ਸਪੈਸੀਫਿਕ 3 ਬੰਦੇ ਜਿਨ੍ਹਾਂ ਦੇ ਕੋਲ ਆ ਕੇ ਪੁਲਿਸ ਦੀ ਵੈਨ ਰੁਕਦੀ ਹੈ ਤੇ ਉਹਨਾਂ ਨਾਲ ਗੱਲਬਾਤ ਕਰਦੀ ਹੈ, ਕੁਝ ਫੜਾਉਂਦੀ ਹੈ ਤੇ ਲੰਘ ਜਾਂਦੀ ਹੈ। ਇਹ ਕੀ ਉਹਨਾਂ ਨੂੰ ਫੜਨ ਆ ਰਹੇ ਨੇ ਜਾਂ ਸਪਲਾਈ ਕਰਨ ਆ ਰਹੇ ਨੇ? ਇਹ ਬੱਚੀਆਂ ਦੱਸ ਰਹੀਆਂ ਨੇ ਮੈਨੂੰ ਕਿ ਸਾਨੂੰ ਵੀ ਸਮਝ ਆ ਰਹੀ ਹੈ ਕੌਣ ਪਹੁੰਚਾ ਰਿਹਾ ਹੈ। ਤੇ ਫਿਰ ਇਹ ਦੱਸੋ ਕਿ ਜੇ ਇਹਨਾਂ ਨੂੰ ਪਹੁੰਚਾਉਣ ਵਾਲੇ ਹੀ ਉਹ ਨੇ ਤਾਂ ਸ਼ਿਕਾਇਤ ਕਿੱਥੇ ਕਰੀਏ ਤੇ ਕਿਸ ਨੇ ਰੋਕਣਾ ਹੈ? ਸੋ ਇੱਕ ਪਹਿਲੂ ਤਾਂ ਕਲੀਅਰ ਹੈ ਕਿ ਇਹਨਾਂ ਨੂੰ ਵੇਚਣ ਵਾਲੇ, ਪ੍ਰਮੋਟ ਕਰਨ ਵਾਲੇ ਹੀ ਇਹ ਸਾਰੇ ਉੱਚੇ ਇੱਥੇ ਜੋ ਬੈਠੇ ਨੇ ਉਹੀ ਨੇ। ਦੂਸਰੀ ਗੱਲ
ਕਿ ਇਹ ਨੌਜਵਾਨ ਕਿਉਂ ਧੱਕੇ ਜਾਂਦੇ ਨੇ। ਮੈਨੂੰ ਸਿਰਫ ਇੰਨਾ ਜਵਾਬ ਦਿਓ ਕਿ ਜਦੋਂ ਪੜ੍ਹਾਈ ਸਭ ਤੋਂ ਵੱਧ ਮਹਿੰਗੀ ਅਸੀਂ ਪੰਜਾਬ ਵਿੱਚ ਦਿੰਦੇ ਹੋਈਏ, ਜਿੱਥੇ ਮੈਡੀਕਲ ਕਾਲਜਸ ਤੱਕ ਦੀ, ਯਾਨੀ ਹੇਠਲੀ ਤਾਂ ਹੈ ਹੀ ਹੈ, 25,000 ਰੁਪਏ ਤਾਂ ਐਡਮਿਸ਼ਨ ਫੀ ਨਰਸਰੀ 'ਚ ਹੈ। ਅਸੀਂ ਟਰਸਟ ਚਲਾ ਰਹੇ ਹਾਂ, ਪੈਸੇ ਦੇ ਰਹੇ ਹਾਂ, ਸੋ ਸਾਨੂੰ ਪਤਾ ਹੈ ਕਿਸ ਹੱਦ ਤੱਕ ਇਹਨਾਂ ਦੀਆਂ ਫੀਸਾਂ ਨੇ। ਗਰੀਬ ਬੰਦੇ ਤਾਂ ਦੇ ਸਕਣ ਯੋਗ ਨਹੀਂ, ਸਰਕਾਰੀ ਉਹ ਵੜਦੇ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉੱਥੇ ਸਾਡੇ ਬੱਚੇ ਪੜ੍ਹ ਲਿਖ ਕੇ ਜਦੋਂ ਨਿਕਲਦੇ ਵੀ ਨੇ, ਸੋ ਕਾਲਡ ਪੜ੍ਹੇ ਲਿਖੇ, ਜਿਨ੍ਹਾਂ ਨੂੰ ਆਪਣਾ ਨਿੱਕੀ ਤੋਂ ਨਿੱਕੀ ਚੀਜ਼ ਬਾਰੇ ਵੀ ਜਾਣਕਾਰੀ ਨਹੀਂ ਹੁੰਦੀ, ਉਹ ਗਰੀਬ ਬੰਦਾ ਵੀ ਕਹਿੰਦਾ 2 ਹਰਫ ਪੜ੍ਹ ਕੇ ਜੇ ਨਿਕਲੇ, ਮੈਂ ਕਿਸੇ ਹੀ ਤਰੀਕੇ ਔਖੇ ਸੌਖੇ ਢਿੱਡ ਕੱਟ ਕੇ ਪ੍ਰਾਈਵੇਟ ਪੜ੍ਹਾ ਲਵਾਂ। ਨਤੀਜਾ ਜੇ ਅੱਤ ਦੀ ਗਰੀਬੀ, ਕਰਜ਼ੇ ਚੱਕ ਚੱਕ ਕੇ ਪੜ੍ਹਾ ਕੇ ਜਦੋਂ ਬਾਹਰ ਕੱਢਦੇ ਨੇ, ਅੱਗੋਂ ਨੌਕਰੀ ਹੈ ਨਹੀਂ, ਤਾਂ ਜਿੱਥੇ ਹਰ ਵੇਲੇ ਲਾਹਨਤਾਂ ਘਰੋਂ ਮਿਲਣੀਆਂ ਨੇ, ਉੱਥੇ ਉਹ ਨੌਜਵਾਨ ਜਿਨ੍ਹਾਂ ਨੂੰ ਅੱਗੇ ਰਾਹ ਦਸੇਰਾ ਕੋਈ ਨਹੀਂ, ਕਿਹੋ ਜਿਹੇ ਅਸੀਂ ਹੀਰੋਜ਼ ਉਹਨਾਂ ਦੇ ਅੱਗੇ ਪੈਦਾ ਕੀਤੇ ਨੇ, ਕਿਹਨਾਂ ਨੂੰ ਫੋਲੋ ਕਰਨ? ਉਹਨਾਂ ਨੂੰ ਜਿਹੜੇ ਆਪਣੇ ਟੱਬਰ ਦਰ ਟੱਬਰ ਅਗਾਂਹ ਲਿਆ ਰਹੇ ਨੇ, ਜਾਂ ਉਹਨਾਂ ਨੂੰ ਜਿਹੜੇ ਆਪਣਿਆਂ ਨੂੰ ਹੀ ਸਿਰਫ ਰਜਾ ਰਹੇ ਨੇ, ਬਾਕੀਆਂ ਨੂੰ ਪਰਾਂ ਸੁੱਟ ਦਿੱਤਾ? ਤਾਂ ਇਹ ਦਿਨੋਂ ਦਿਨ ਚੁਫੇਰੇ ਦੇਖਦੇ ਵੱਧਦੀ ਬੇਰੁਜ਼ਗਾਰੀ ਨਾਲ ਸੜਕਾਂ 'ਤੇ ਧੱਕੇ ਖਾਂਦੀਆਂ ਉਹਨਾਂ ਦੀਆਂ ਆਪਣੀਆਂ ਹੀ ਭੈਣਾਂ, ਆਪਣੀਆਂ ਹੀ ਮਾਵਾਂ ਕਿਹੜਾ ਰਾਹ ਅਖਤਿਆਰ ਕਰਨ? ਖੁਦਕੁਸ਼ੀਆਂ ਕਰਨ, ਵਤਨੋਂ ਪਾਰ ਭੱਜ ਜਾਣ, ਤੇ ਜਾਂ ਫਿਰ ਨਮੋਸ਼ੀ ਦੇ ਵਿੱਚ ਮਜਬੂਰੀ ਤਹਿਤ ਇਸ ਪਾਸੇ ਧੱਕੇ ਜਾਣ ਕਿ ਕੁਝ ਪਲਾਂ ਲਈ ਸਹੀ ਮਨ ਨੂੰ ਸ਼ਾਂਤ ਹੀ ਕਰ ਲਈਏ, ਇਸ ਪਾਸੇ ਤੁਰੀਏ। ਫਿਰ ਇੱਕ ਇਹੀ ਨਹੀਂ, ਬਹੁਤ ਥਾਂ 'ਤੇ ਇਹਨਾਂ ਦਾ ਨਾਜਾਇਜ਼ ਫਾਇਦਾ ਚੁੱਕਿਆ ਜਾਂਦਾ ਹੈ, ਜਿੱਥੇ ਇਸੇ ਗੋਰਖ ਧੰਦੇ ਵਿੱਚ ਇਹਨਾਂ ਨੂੰ ਫਸਾ ਦਿੱਤਾ ਜਾਂਦਾ ਕਿ ਤੁਹਾਨੂੰ ਪੈਸੇ ਦੇਵਾਂਗੇ, ਤੁਸੀਂ ਇਸੇ ਹੀ ਨਸ਼ੇ ਦੇ ਵਪਾਰੀਆਂ ਦਾ ਹੀ ਇੱਕ ਹਿੱਸਾ ਬਣ ਜਾਓ। ਜਿਨ੍ਹਾਂ ਕੋਲ ਕੁਝ ਵੀ ਨਹੀਂ ਹੁਣ ਰਿਹਾ, ਮਜਬੂਰੀ ਵਸ ਪਏ ਨੇ, ਜੋ ਆਪ ਮੰਨਦੇ ਪਏ ਨੇ ਕਿ ਸਾਡੇ ਕੋਲ ਕੁਝ ਵੀ ਨਹੀਂ ਸੀ, ਮਜਬੂਰੀ ਵਸ ਸਾਨੂੰ ਇਸੇ ਦਾ ਹਿੱਸਾ ਬਣਨਾ ਪਿਆ, ਨਸ਼ਾ ਸਪਲਾਈ ਕਰਨਾ ਪਿਆ। ਤੇ ਕਿੱਥੇ? ਮਿਸਡ ਕਾਲਾਂ ਵਿੱਚ ਵੀ, ਯੂਨੀਵਰਸਿਟੀਜ਼ 'ਚ, ਕਾਲਜਿਸ ਵਿੱਚ, ਸਕੂਲਾਂ ਦੇ ਬਾਹਰ। ਹੁਣ ਇਹ ਸਾਰੇ ਧੰਦੇ ਵਿੱਚ ਫਸੇ ਜਦੋਂ ਅਖੀਰ ਫੜੇ ਜਾਣ ਦੇ ਉੱਤੇ ਉਹਨਾਂ ਨੂੰ ਪਤਾ ਹੈ ਕਿ ਅਸੀਂ ਉਮਰ ਭਰ ਲਈ ਅੰਦਰ ਤਾੜੇ ਜਾਣਾ, ਤਾਂ ਫਿਰ ਉਹਨਾਂ ਨੂੰ ਹੋਰ ਇੱਕ ਨੈਕਸਸ 'ਚ ਫਸਾਇਆ ਜਾਂਦਾ ਕਿ ਹੋਰ ਬੇਟੀਆਂ ਨੂੰ ਫਸਾਓ। ਫਿਰ ਉਹ ਬੇਟੀਆਂ ਨੂੰ ਜਿਸ ਤਰੀਕੇ ਉਹਨਾਂ ਦਾ ਸਰੀਰਕ ਸ਼ੋਸ਼ਣ ਹੁੰਦਾ, ਸੱਚ ਇੰਜ ਲੱਗਦਾ ਜਿਵੇਂ ਕੰਨਾਂ 'ਚ ਪਿਘਲਿਆ ਸ਼ੀਸ਼ਾ ਪੈ ਰਿਹਾ ਹੋਏ, ਸੁਣਿਆ ਨਹੀਂ ਜਾਂਦਾ ਜਿਸ ਨਰਕ 'ਚ ਸਾਡੀਆਂ ਬੇਟੀਆਂ ਧੱਕੀਆਂ ਗਈਆਂ ਨੇ। ਇਸ ਨੈਕਸਸ 'ਚੋਂ ਕੱਢਣ ਲਈ ਜੇ ਸਿਰਫ ਅਸੀਂ ਸੋਚਦੇ ਹਾਂ ਇੱਕ ਹਫ਼ਤਾ ਮਨਾ ਲਿਆ, ਤਾਂ ਉਹ ਸਾਡਾ ਸਿਰਫ ਧਿਆਨ ਵੰਡਾਇਆ ਗਿਆ ਕਿ ਉਸ ਪਾਸੇ ਨੂੰ ਤੁਰੋ। ਲਾਹਣ ਤਾਂ ਉਹਨਾਂ ਹੀ ਸਾਡੇ ਨੌਜਵਾਨਾਂ ਨੂੰ ਪਾ ਦਿਓ, ਬਜਾਏ ਕਿ ਅਸੀਂ ਕਹੀਏ ਕਿ ਇਹ ਹਫ਼ਤਾ ਰੁਜ਼ਗਾਰ ਦੇਣ ਲਈ ਹੈ, ਹਰ ਇੱਕ ਨੂੰ ਰੁਜ਼ਗਾਰ ਦਿਆਂਗੇ। ਉਹਨਾਂ ਲਈ ਇੱਕ ਅਸੀਂ ਹੀਰੋਜ਼ ਇਹੋ ਜਿਹੇ ਤਿਆਰ ਕਰੀਏ ਕਿ ਇਹਨਾਂ ਨੂੰ ਫੋਲੋ ਕਰੋ, ਇਹਨਾਂ ਦੇ ਲਾਈਫ ਸਟੈਪਸ 'ਤੇ ਤੁਰੋ, ਉਹਨਾਂ ਨੂੰ ਨਵੇਂ ਰਾਹ ਦਸੇਰੇ ਦਿਸਣ, ਉਹਨਾਂ ਨੂੰ ਸਗੋਂ ਅਸੀਂ ਉਸਾਰੂ ਕੰਮਾਂ ਵੱਲ ਲਾਈਏ ਕਿ ਭਈ ਮੁਲਕ ਤੇ ਜਾਨ ਵਾਰਨੀ ਹੁੰਦੀ ਹੈ, ਨਾ ਕਿ ਮੁਲਕ ਨੂੰ ਛੱਡ ਕੇ ਦੌੜ ਜਾਣਾ ਹੁੰਦਾ। ਪਰ ਇਹ ਰਾਹ ਇੱਕੋ ਹੀ ਜੇ ਕਿ ਇਸ ਸਾਰੇ ਢਾਂਚੇ ਨੂੰ ਤਬਦੀਲ ਕਰਨਾ ਪੈਣਾ। ਇਹਦਾ ਮਤਲਬ ਹੈ ਨੌਜਵਾਨ ਸਾਡੇ ਬੱਚੇ, ਉਹਨਾਂ ਨੂੰ ਅਸੀਂ ਰਾਹ ਦਿਖਾਣਾ ਹੈ ਕਿ ਭਈ ਇਹੀ ਨਸ਼ੇ ਦੇ ਵਪਾਰੀਆਂ ਨੂੰ ਖ਼ਤਮ ਕਰਨਾ ਜੇ, ਤਾਂ ਮਤਲਬ ਹੈ ਉਹਨਾਂ ਥਾਵਾਂ 'ਤੇ ਆਪ ਪਹੁੰਚੋ, ਇਹਨਾਂ ਅੱਗੇ ਨੀਵੇਂ ਨਾ ਪਾਓ। ਤੁਸੀਂ ਆਪ ਬਣੋ, ਸਿਆਸਤ ਵਿੱਚ ਪੈਰ ਧਰੋ, ਆਪ ਜੱਜ ਬਣੋ, ਆਪ ਵਕੀਲ ਬਣੋ, ਆਪ ਪੁਲਿਸ ਅਫਸਰ ਉੱਚੇ ਲੱਗੋ, ਤੇ ਆਪ ਹੀ ਇਸ ਤਬਦੀਲੀ ਦਾ ਇੱਕ ਕਾਰਨ ਬਣ ਜਾਓ, ਤਾਂ ਕਿ ਇਹ ਜੜੋਂ ਨਸ਼ਾ ਵੱਢਿਆ ਜਾਏ। ਵਰਨਾ ਇਸੇ ਸਰਕਲ ਵਿੱਚ ਅਸੀਂ ਮਜਬੂਰ ਹੋ ਗਏ ਹਾਂ ਇਸੇ ਰੱਟ 'ਚ ਫਸਣ ਲਈ। ਤੁਸੀਂ ਐਜੂਕੇਸ਼ਨ ਦਾ ਮੁੱਦਾ ਛੇੜਿਆ। ਅਸੀਂ ਸਭ ਜਾਣਦੇ ਹਾਂ ਕਿ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਬੜੇ ਕਾਬਲ ਅਧਿਆਪਕ ਨੇ, ਪਰ ਅਸੀਂ ਹਿੰਮਤ ਕਿਉਂ ਨਹੀਂ ਕਰ ਪਾਉਂਦੇ ਸਰਕਾਰੀ ਸਕੂਲਾਂ ਦੇ ਵਿੱਚ ਆਪਣੇ ਬੱਚੇ ਭੇਜਣ ਲਈ? ਮੈਂ ਅਧਿਆਪਕਾਂ 'ਤੇ ਉਂਗਲ ਨਹੀਂ ਚੱਕ ਰਹੀ, ਪਰ ਮੈਨੂੰ ਇੱਕ ਜੋ ਕਿ ਅਖਬਾਰਾਂ ਵਿੱਚ ਛਪੀ ਖਬਰ ਸਾਡੇ ਸਾਹਮਣੇ ਆ ਰਹੀ ਹੈ ਕਿ ਇੱਕ ਸਕੂਲ ਜਿਸ ਵਿੱਚ ਸਿਰਫ 80 ਬੱਚੇ ਨੇ, ਉੱਥੇ ਤਾਂ ਤੁਸੀਂ ਟੀਚਰ ਲਾਏ ਹੋਏ ਨੇ 40 ਜਿਹੜੇ ਸਿਫਾਰਸ਼ਾਂ ਨਾਲ ਪਹੁੰਚ ਗਏ। ਦੂਜੇ ਪਾਸੇ ਜਿੱਥੇ ਸਟੂਡੈਂਟਸ ਨੇ 300, ਉੱਥੇ ਇੱਕੋ ਹੀ ਟੀਚਰ ਲਾਇਆ ਹੋਇਆ। ਯਾਨੀ ਆਪਾਂ ਕੀ ਕਰਨਾ ਚਾਹ ਰਹੇ ਹਾਂ, ਇਹਨੂੰ ਕਿਸ ਤਰੀਕੇ ਇਸ ਦੀ ਤਬਦੀਲੀ ਨੂੰ ਲਿਆਉਣਾ ਚਾਹ ਰਹੇ ਹਾਂ। ਫਿਰ ਉਹਨਾਂ ਥਾਵਾਂ 'ਤੇ ਜਿੰਨੀ ਕੁ ਤਨਖਾਹ ਹੈ, ਖਿਆਲ ਕਰਿਓ ਉਸ ਤਨਖਾਹ ਦੇ ਵਿੱਚ 2 ਵੇਲੇ ਦੀ ਰੋਟੀ ਦਾ ਗੁਜ਼ਾਰਾ ਵੀ ਉਹਨਾਂ ਨੇ ਕਰਨਾ, ਕਿਸੇ ਨੇ ਆਪਣਾ ਘਰ ਪਾਉਣਾ ਹੋਏਗਾ, ਕਿਸੇ ਨੇ ਪਹਿਲੇ ਕਰਜ਼ੇ ਲਾਣੇ ਹੋਣਗੇ। ਤੇ ਜਿਸ ਤਰੀਕੇ ਇਹਨਾਂ ਨੂੰ ਜੋ ਕਿ ਦਿਹਾੜੀਦਾਰ ਮਜ਼ਦੂਰਾਂ ਤੋਂ ਵੀ ਘੱਟ ਉਹਨਾਂ ਨੂੰ ਦੇ ਕੇ ਤਨਖਾਹਾਂ ਜਿਵੇਂ ਰਿਕਰੂਟ ਕੀਤਾ ਗਿਆ, ਮੈਨੂੰ ਨਹੀਂ ਲੱਗਦਾ। ਦੇਖੋ, ਇੱਕ ਮੈਂ ਸਾਈਕੋਲੋਜੀਕਲ ਐਸਪੈਕਟ ਦੱਸਦੀ ਹਾਂ, ਕ੍ਰਾਂਤੀ ਕਿਵੇਂ ਆਉਂਦੀ ਹੈ। ਤਰੀਕਾ ਇਹ ਹੁੰਦਾ, ਜੇ ਤੁਹਾਨੂੰ 2 ਵੇਲੇ ਦੀ ਰੋਟੀ ਦਾ ਜੁਗਾੜ ਹੁੰਦਾ ਹੋਵੇ,
ਤਾਂ ਫਿਰ ਤੁਸੀਂ ਉਸੇ ਰੱਟ 'ਚ ਫਸੀ ਜਾਂਦੇ ਹੋ ਵੀ ਕਿਸੇ ਹੀ ਤਰੀਕੇ ਥੋੜ੍ਹਾ ਹੋਰ, ਥੋੜ੍ਹਾ ਹੋਰ, ਥੋੜ੍ਹਾ ਹੋਰ। ਅਤੇ ਜਦੋਂ ਉਹ ਵੀ ਖੁੱਸ ਜਾਵੇ ਤਾਂ ਫਿਰ ਲੋਕ ਬਾਹਰ ਨਿੱਤਰਦੇ ਨੇ ਕਿ ਹੁਣ ਆਰ ਜਾਂ ਪਾਰ ਦੀ ਜੰਗ ਹੈ। ਅਸੀਂ ਲਿਟਰਲੀ ਇਹੀ ਹਾਲ ਲਿਆ ਧਰਿਆ ਕਿ ਭੁੱਖੇ ਢਿੱਡ ਨੇ ਜਿਹੜੇ ਹੁਣ ਕ੍ਰਾਂਤੀ ਵੱਲ ਨੂੰ ਤੁਰੇ ਹੋਏ ਨੇ ਉਹ ਵੀ। ਯਾਨੀ ਮੈਂ ਪਹਿਲਾਂ ਹੀ ਦੱਸਿਆ ਕਿ ਜਦੋਂ ਨੌਕਰੀਆਂ ਅਸੀਂ ਸੋਚਦੇ ਹਾਂ ਰੱਜਿਆਂ ਹੋਇਆਂ ਨੂੰ ਹੀ ਸਿਰਫ ਰਜਾਉਣ ਲਈ ਦਈ ਜਾਣੀਆਂ, ਤਾਂ ਫਿਰ ਇਹ ਤਾਂ ਮੈਰੀ ਐਂਟੋਨੀਅਨ ਜੀ, ਤੁਹਾਨੂੰ ਮੇਰਾ ਖਿਆਲ ਇਹ ਸਟੋਰੀ ਪਤਾ ਹੀ ਹੋਣੀ ਹੈ। ਫ੍ਰੈਂਚ ਰੈਵੋਲਿਊਸ਼ਨ ਦਾ ਇਸ ਵੇਲੇ ਸਮਾਂ ਹੈ, ਲੱਗੇ ਸ਼ਾਇਦ ਤੁਹਾਨੂੰ ਮਾੜਾ, ਪਰ ਜਦੋਂ ਚੁਫੇਰਿਓਂ ਸਿਰਫ ਤੇ ਸਿਰਫ ਹਾਹਾਕਾਰ ਮਚੀ ਦੀ ਆਵਾਜ਼ ਆਈ ਹੋਵੇ, ਦਾ ਮਤਲਬ ਇਹੋ ਹੈ ਫ੍ਰੈਂਚ ਰੈਵੋਲਿਊਸ਼ਨ ਦਾ ਸਮਾਂ ਆਇਆ ਹੈ। ਜਿਨ੍ਹਾਂ ਨੇ ਲਹੂ ਨਿਚੋੜ ਛੱਡਿਆ ਉਹਨਾਂ ਨੂੰ ਇਸੇ ਤਰ੍ਹਾਂ ਸੜਕਾਂ 'ਤੇ ਉਂਝ ਹੀ ਢਾਣਾ ਪੈਣਾ ਜਿਸ ਤਰੀਕੇ ਉਹਨਾਂ ਨੇ ਸਾਨੂੰ ਢਾਣਾ ਸ਼ੁਰੂ ਕੀਤਾ। ਹਰਾਮ ਬੰਦੇ ਨੂੰ ਜਿਸ ਤਰੀਕੇ ਜੀਣਾ ਦੂਭਰ ਕੀਤਾ ਹੋਇਆ, ਇਸੇ ਹੀ ਤਰੀਕੇ ਉਹਨਾਂ ਸਾਰਿਆਂ ਨੂੰ ਵੀ ਧੂ ਕੇ ਗੱਦੀਆਂ ਲਾਹਣ ਦਾ ਸਮਾਂ ਹੈ। ਇਹ ਨਸ਼ਾ ਵਿਰੋਧੀ ਹਫ਼ਤਾ ਹੈ, ਪਰ ਇਸ ਹਫ਼ਤੇ ਦੇ ਵਿੱਚ ਜਿਹੜੀਆਂ ਸਰਕਾਰਾਂ ਨੇ ਪੁਲਿਸ ਵਾਲਿਆਂ ਨੂੰ ਵੀ ਟਾਰਗੇਟ ਦੇ ਦਿੰਦੀਆਂ ਨੇ, ਹੈਲਥ ਡਿਪਾਰਟਮੈਂਟ ਨੂੰ ਟਾਰਗੇਟ ਦੇ ਦਿੰਦੀਆਂ ਕਿ ਭਾਸ਼ਣ ਦਿਓ, ਪੁਲਿਸ ਵਾਲਿਆਂ ਨੂੰ ਦਿੰਦੇ ਵੱਧ ਤੋਂ ਵੱਧ ਪਰਚੇ ਦਿਓ। ਕੀ ਟਾਰਗੇਟ ਦੇ ਕੇ ਨਸ਼ਾ ਖਤਮ ਕਰ ਦੇਣਗੇ ਇਹ? ਜੀ ਨਹੀਂ, ਇਹ ਤਾਂ ਬਿਲਕੁਲ ਹੀ ਨਹੀਂ ਹੁੰਦਾ। ਨਸ਼ਾ ਛੱਡਣਾ ਬੜਾ ਇੱਕ ਢੰਗ, ਇੱਕ ਤਰੀਕਾ ਹੁੰਦਾ ਜੇ, ਜਿਹਦੇ ਵਿੱਚ ਇੱਕ ਗਰੁੱਪ ਤਿਆਰ ਹੁੰਦਾ ਸਾਈਕੋਲੋਜੀਕਲ ਸਪੋਰਟ ਲਈ। ਫਿਰ ਇੱਕ ਸਾਈਕੈਟਰਿਸਟ ਚਾਹੀਦਾ ਜੇ, ਇੱਕ ਡਾਕਟਰ ਚਾਹੀਦਾ ਜਿਹੜੇ ਇਹੋ ਜਿਹਾ, ਕਿਉਂਕਿ ਜੋ ਨਸ਼ਿਆਂ 'ਚ ਟੀਕੇ ਲਾਉਂਦੇ ਨੇ ਉਹਨਾਂ ਨਾਲ ਬਹੁਤ ਭਾਰੀ ਗਿਣਤੀ ਏਡਜ਼ ਦੇ ਸ਼ਿਕਾਰ ਨੇ, ਹੋਰ ਵੀ ਕਈ ਕਿਸਮਾਂ ਦੀਆਂ ਬਿਮਾਰੀਆਂ, ਹੈਪੇਟਾਈਟਸ ਸੀ, ਬੀ, ਅਨੇਕ ਇਹੋ ਜਿਹੀਆਂ ਬਿਮਾਰੀਆਂ ਲਈ ਬੈਠੇ ਨੇ, ਜਿਨ੍ਹਾਂ 'ਚ ਸਾਡੇ ਪੁਲਿਸ ਕਰਮੀ ਸ਼ਾਮਲ ਨੇ। ਜੋ ਖਬਰ ਛਪੀ ਹੈ ਉਹਦੇ ਅਨੁਸਾਰ ਸਰਕਾਰੀ ਸਕੂਲਾਂ ਦੀਆਂ ਕੁਝ ਅਧਿਆਪਕਾਵਾਂ ਮੈਂ ਜ਼ਿਕਰ ਕਰ ਰਹੀ ਹਾਂ, ਜਿਨ੍ਹਾਂ ਨੇ, ਜਿਹੜੀਆਂ ਕਿ ਦਰਜ ਨੇ, ਰਿਪੋਰਟ ਕੀਤੀਆਂ ਨੇ, ਟਰੀਟਮੈਂਟ ਲੈਣ ਪਹੁੰਚੀਆਂ ਨੇ। ਸੋ ਤੁਸੀਂ ਸਮਝ ਲਓ ਕਿ ਕਿਸ ਹੱਦ ਤੱਕ ਇਹ ਨਸ਼ਾ ਸਾਡੇ ਅੰਦਰ ਵੜ ਚੁੱਕਾ ਹੈ ਕਿ ਜਿਹੜੇ ਨਸ਼ਾ ਛਡਾਊ ਸੈਂਟਰ ਨੇ, ਜਿਹੜਾ ਖਾਸ ਕਰ ਬੇਟੀਆਂ ਲਈ ਬਣਾਇਆ ਗਿਆ, ਉੱਥੇ ਇਹ ਟੀਚਰਸ ਰਜਿਸਟਰਡ ਨੇ ਜਿਹੜੇ ਟਰੀਟਮੈਂਟ ਲੈ ਰਹੇ ਨੇ, ਅੰਡਰ ਟਰੀਟਮੈਂਟ ਨੇ। ਉੱਥੋਂ ਦੇ ਡਾਕਟਰ ਨੇ ਵੀ ਦੱਸਿਆ ਕਿ ਕਈ ਥਾਈਂ ਤਾਂ ਨਾਨੀ, ਫਿਰ ਅੱਗੋਂ ਉਹਦੀ ਯਾਨੀ ਮਾਂ ਬੱਚੇ ਦੀ, ਅਤੇ ਉਹ ਬੱਚੀ ਵੀ, ਤਿੰਨੋਂ ਪੁਸ਼ਤਾਂ ਇੱਥੇ ਦਵਾਈ ਲੈਣ ਪਹੁੰਚ ਰਹੀਆਂ ਨੇ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ। ਸੋ ਤੁਸੀਂ ਆਪ ਹੀ ਸਮਝ ਲਓ ਕਿ ਕਿੰਨੀ ਵੱਡੀ ਸਮੱਸਿਆ ਹੈ। ਉਹਦੇ ਵਿੱਚ ਇਹ ਲੈਕਚਰ ਦੇਣ ਨਾਲ ਤਾਂ ਸਿਰਫ ਮੈਂ ਦੱਸ ਦਿਆਂ ਉਹ ਸਮਾਗਮਾਂ ਵਿੱਚੋਂ ਪੈਸੇ ਕਮਾਉਣ ਦਾ ਜ਼ਰੀਆ ਜੇ, ਕਿ ਇੰਨਾ ਇਸ ਥਾਂ 'ਤੇ ਲੈਕਚਰ ਦਿੱਤੇ ਗਏ, ਇੰਨਾ ਚਾਹ ਪਾਣੀ ਦਾ ਖਰਚਾ ਹੋਇਆ, ਅਤੇ ਉਹ ਸਾਰਾ ਖਰਚਾ ਉੱਪਰੋਂ ਉੱਪਰ ਹਜ਼ਮ ਹੋ ਜਾਣਾ, ਅਤੇ ਥੱਲੇ ਲੈਕਚਰ ਦੇਣ ਨੂੰ ਸਿਰਫ ਖੜ੍ਹੇ ਕੀਤੇ ਹੋਏ ਨੇ, ਇਹਨਾਂ 'ਚੋਂ ਹਾਸਲ ਕੁਝ ਨਹੀਂ ਹੋਣਾ। ਪਰ ਮੈਨੂੰ ਲੱਗਦਾ ਇਸ ਸੱਚਾਈ ਤੋਂ ਹੁਣ ਹਰ ਜਣਾ ਵਾਕਫ ਹੈ। ਇਹ ਕੋਈ ਲੁਕੀ ਹੋਈ ਗੱਲ ਨਹੀਂ ਜੋ ਤੁਰੀ ਆ ਰਹੀ ਹੈ ਕਿ ਅਸੀਂ ਇੱਕ ਪਾਸੇ ਪਤਾ ਜੇ ਕਿ ਅਸੀਂ ਕਿਸ ਹੱਦ ਦੀਆਂ ਜੋ ਖਰਚੇ ਕਰ ਰਹੇ ਨੇ, ਜਿਨ੍ਹਾਂ 'ਚੋਂ ਮੈਂ ਥੋੜ੍ਹਾ ਜਿਹਾ ਜ਼ਿਕਰ ਕਰਦੀ ਹਾਂ। ਸਾਰੀ ਦੁਨੀਆ ਔਨਲਾਈਨ ਕੰਮ ਕਰ ਰਹੀ ਹੈ, ਸਾਨੂੰ ਪਤਾ ਹੈ ਕਿ ਸਾਡੇ ਵੀ ਸਕੱਤਰ ਸਾਹਿਬਾਨ ਸਾਰੇ ਔਨਲਾਈਨ ਨੇ, ਤਾਂ ਕਿਸ ਕਾਰਨ ਉਹਨਾਂ ਨੂੰ ਪੈਟਰੋਲ ਦੇ ਖਰਚੇ, ਉਹਨਾਂ ਦੇ ਡਰਾਈਵਰ ਦੇ ਖਰਚੇ, ਗੱਡੀਆਂ ਦੇ ਖਰਚੇ ਕਿਉਂ ਦਿੱਤੇ ਜਾ ਰਹੇ ਨੇ? ਕਿਉਂ ਇਹ ਲੱਖਾਂ ਦਾ ਖਰਚਾ ਉਸ 'ਤੇ ਲਾਇਆ? ਉਹੀ ਲੱਖਾਂ ਦਾ ਖਰਚਾ ਜੇ ਅਸੀਂ ਇਹਨਾਂ ਲਈ ਕਾਰੋਬਾਰ ਮੁਹੱਈਆ ਕਰਨ ਲਈ ਜਾਂ ਕਿੱਤਾ ਮੁਹੱਈਆ ਕਰਵਾਉਣ ਯੋਗ ਉਹਨਾਂ ਦੇ ਸੈਂਟਰ ਖੋਲ੍ਹ ਦਿੱਤੇ ਜਾਂਦੇ, ਤਾਂ ਮੇਰਾ ਖਿਆਲ ਇਹ ਨੌਜਵਾਨ ਜ਼ਿਆਦਾ ਖੁਸ਼ ਹੁੰਦੇ। ਸੋ ਇਹ ਕੰਮ ਜੋ ਕਰਨ ਵਾਲੇ ਨੇ ਉਹ ਜ਼ਮੀਨੀ ਪੱਧਰ ਉੱਤੇ ਕੁਝ ਹੋਰ ਨੇ, ਪਰ ਕੀਤਾ ਕੁਝ ਹੋਰ ਜਾ ਰਿਹਾ ਹੈ। ਸਿਰਫ ਇਹੀ ਕਿ ਯਾਨੀ ਨਜ਼ਰ ਜਾਂ ਧਿਆਨ ਵੰਡਾਉਣ ਲਈ ਕੀਤੇ ਜਾ ਰਹੇ ਕੰਮ ਨੇ, ਇਹਨਾਂ ਨਾਲ ਜ਼ਮੀਨੀ ਪੱਧਰ 'ਤੇ ਬਦਲਾਅ ਨਹੀਂ ਆਉਣਾ। ਤੁਸੀਂ ਅਧਿਆਪਕਾਂ ਦੀ ਗੱਲ ਕੀਤੀ ਹੈ, ਜਿਨ੍ਹਾਂ ਲੋਕਾਂ ਨੇ ਸਾਡੀ ਸਟੇਟ ਦੀ ਪਨੀਰੀ ਤਿਆਰ ਕਰਨੀ ਹੈ, ਭਵਿੱਖ ਦੇ ਬੱਚੇ ਤਿਆਰ ਕਰਨੇ ਆ, ਜੇ ਉਹੀ ਨਸ਼ੇ 'ਚ ਲਿਪਤ ਨੇ, ਸਾਡੀ ਪਨੀਰੀ ਬਚੂਗੀ ਕਿੱਦਾਂ? ਅਸਲ 'ਚ ਮੁਸੀਬਤ ਇਹ ਹੈ ਕਿ ਅਸੀਂ ਸਕੂਲਾਂ ਕਾਲਜਾਂ ਵਿੱਚ ਇਨਸਾਨ ਤਾਂ ਪੈਦਾ ਕਰ ਨਹੀਂ ਰਹੇ, ਅਸੀਂ ਤਾਂ ਪੈਦਾ ਕਰ ਰਹੇ ਹਾਂ ਇੱਕ ਅਜਿਹੀ ਪਨੀਰੀ ਜਿਹਨੇ ਇੱਕ ਦੂਜੇ ਨਾਲ ਧੱਕੋ ਜੋਰੀ ਅਗਾਂਹ ਲੰਘ ਕੇ ਸਿਰਫ ਪੈਸਾ ਕਮਾਉਣ ਦਾ ਇੱਕ ਜ਼ਰੀਆ ਬਣਨਾ। ਜੇ ਉਹਨਾਂ ਨੂੰ ਇਨਸਾਨੀਅਤ ਦਾ ਪਾਠ ਕਿਤੇ ਪੜ੍ਹਾਇਆ ਨਹੀਂ ਜਾਂਦਾ, ਉਹ ਤਾਂ ਸਿਰਫ ਇੱਕ ਰੇਸ 'ਚ ਸ਼ਾਮਲ ਨੇ, ਮੈਂ ਉਸ ਤੋਂ ਅੱਗੇ ਲੰਘਣਾ, ਮੈਂ ਉਸ ਤੋਂ ਅੱਗੇ ਲੰਘਣਾ, ਮੈਂ ਕਮਾਈ ਕਰਨੀ। ਸੋ ਇੱਕ ਧੰਦਾ ਬਣਾ ਛੱਡਿਆ ਅਸੀਂ ਇਹ ਪੜ੍ਹਾਉਣਾ ਵੀ, ਜਿੱਥੇ ਗੁਰੂ ਅਤੇ ਸ਼ਿਸ਼ ਦੀ ਇੱਜ਼ਤ ਜੋ ਪਹਿਲੇ ਸਮਿਆਂ ਵਿੱਚ ਹੁੰਦੀ ਸੀ ਉਹ ਹੈ ਨਹੀਂ, ਜਿੱਥੇ ਆਪਣੇ ਜੋ ਆਪਣੇ ਟੱਬਰ ਦਾ ਰੁਤਬੇ ਦੇ ਹਿਸਾਬ ਨਾਲ ਜੋ ਸਾਹਮਣੇ ਕੇਸ ਆਉਂਦੇ ਨੇ ਕਿ ਅਸੀਂ ਟੀਚਰਸ ਨੂੰ, ਉਹ ਬੱਚੇ ਥ੍ਰੈਟ ਵੀ ਕਰ ਜਾਂਦੇ ਨੇ, ਥੱਪੜ ਤੱਕ ਮਾਰ ਜਾਂਦੇ ਨੇ ਵੀ ਮੇਰਾ ਪਿਤਾ ਇੱਕ ਰਸੂਖਵਾਨ ਹੈ ਜਾਂ ਬਹੁਤ ਉੱਚੇ ਰੁਤਬੇ 'ਤੇ ਹੈ, ਉੱਥੇ ਅਸੀਂ ਇਹ ਰਿਸ਼ਤੇ ਕਿੱਥੇ ਪਾਲਦੇ ਹਾਂ? ਟੀਚਰਸ ਨੂੰ ਇਹ ਟੀਚਾ ਮਿੱਥ ਕੇ ਦਿੱਤਾ ਹੋਇਆ 100% ਪਾਸ ਕਰਨਾ ਜੇ, ਭਾਵੇਂ ਉਹਨੂੰ ਕੁਛ ਆਉਂਦਾ ਜਾਂ ਨਹੀਂ ਆਉਂਦਾ।
ਇਸ ਸਾਰੇ ਵਰਤਾਰੇ ਵਿੱਚ ਨੁਕਸਾਨ ਕਿਸ ਦਾ ਹੋਇਆ? ਪੰਜਾਬ ਦਾ, ਪੰਜਾਬੀਆਂ ਦਾ, ਜਿਨ੍ਹਾਂ ਦੀ ਬੇਸਿਕ ਐਜੂਕੇਸ਼ਨ ਨਹੀਂ ਹੈ, ਜਿਨ੍ਹਾਂ ਨੂੰ ਇਹ ਨਹੀਂ ਪਤਾ ਸਾਡੇ ਹੱਕ ਕੀ ਨੇ, ਹੱਕ ਲੈਣੇ ਕਿਵੇਂ ਨੇ। ਸਿਰਫ ਉਹਨਾਂ ਨੂੰ ਲੱਗਦਾ ਕਿ ਕਿਸੇ ਹੀ ਤਰੀਕੇ ਇੱਥੋਂ ਭੱਜ ਜਾਈਏ, ਜੇਲ੍ਹ ਹੈ ਜਿਵੇਂ। ਇਹ ਤਾਂ ਪੰਜਾਬ ਦਾ ਜਜ਼ਬਾ ਪੰਜਾਬੀਆਂ ਦਾ ਨਹੀਂ ਸੀ। ਮਰ ਮਿਟਣ ਦਾ ਜਜ਼ਬਾ ਅਸੀਂ ਖ਼ਤਮ ਕੀਤਾ। ਅਸੀਂ ਆਪ ਗੁਨਾਹਗਾਰ ਹਾਂ, ਕਿਉਂਕਿ ਨਾ ਤਾਂ ਮਾਪੇ ਅਸਲ ਵਿੱਚ ਆਪਣੇ ਬੱਚਿਆਂ ਨੂੰ ਵਿੱਦਿਆ ਦੇਣੀ ਚਾਹੁੰਦੇ ਨੇ। ਖਿਮਾ ਕਰਿਓ, ਵਿੱਦਿਆ ਦਾ ਮਤਲਬ ਹੁੰਦਾ ਜੇ ਕਿ ਤੁਸੀਂ ਦੂਜੇ ਪ੍ਰਤੀ ਪੋਜ਼ਿਟਿਵਿਟੀ ਦਾ ਐਟੀਟਿਊਡ ਲੈ ਕੇ ਚੱਲੀਏ, ਨਾ ਕਿ ਦੂਜੇ ਨੂੰ ਮਿੱਧ ਕੇ। ਸਿਰਫ ਇੱਕ ਬਿਜ਼ਨਸਮੈਨ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ, ਇਨਸਾਨ ਨਾ ਬਣ ਜਾਈ। ਸੋ ਲੁੱਟ ਖੋਹ ਕੇ ਜਾਂ ਦੂਜੇ ਦਾ ਹੱਕ ਦੱਬਣਾ ਸਿਰਫ ਇਹੀ ਸਿਖਾਇਆ ਜਾ ਰਿਹਾ ਹੋਏ, ਜਿੱਥੇ ਅਸੀਂ ਫਖਰ ਮਹਿਸੂਸ ਕਰਦੇ ਹੋਈਏ ਕਿ ਤੇਰੇ ਨਾਲ ਕੋਈ ਰੱਤੀ ਮਸਾ ਲੜਾਈ ਹੋਈ ਸਕੂਲ ਵਿੱਚ ਤਾਂ ਵਾਪਸ ਕੁੱਟ ਕੇ ਆਈ। ਇਹ ਸਿੱਖਿਆ ਸਾਡੀ ਇੰਜ ਦੀ ਨਹੀਂ ਸੀ ਹੁੰਦੀ। ਸਾਡੇ ਪਿੰਡਾਂ ਵਿੱਚ ਤਾਂ ਦੂਜੇ ਲਈ ਜਾਨ ਵਾਰਨ ਦੀ ਗੱਲ ਹੁੰਦੀ ਸੀ ਕਿ ਇੱਕ ਧੀ ਦਾ ਵਿਆਹ ਹੈ ਤਾਂ ਸਾਰੇ ਪਿੰਡ ਦੇ ਦਰਵਾਜ਼ੇ ਖੁੱਲ੍ਹ ਜਾਂਦੇ ਸਨ। ਪਰ ਹੁਣ ਅਫਸੋਸ ਕਿ ਉਹੀ ਗੁਆਂਢ ਦੀ ਅੱਜ ਧੀ ਸਾਨੂੰ ਇੱਕ ਸ਼ੈ ਲੱਗਦੀ ਹੈ ਅਤੇ ਉਹਦਾ ਸਮੂਹਕ ਬਲਾਤਕਾਰ ਕਰ ਰਹੇ ਹਾਂ। ਇਹ ਤਬਦੀਲੀ ਵਾਕਈ ਪੰਜਾਬ ਦੇ ਵਿੱਚ ਬਹੁਤ ਮਾਰੂ ਹੋਣ ਵਾਲੀ ਹੈ। ਤੁਸੀਂ ਵੀ ਪੰਜਾਬ ਦਾ ਦੱਸਤਾ, ਜਿਹੜੀਆਂ ਸਾਡੀਆਂ ਸਰਕਾਰਾਂ ਨੇ, ਸਮਾਜ ਸੇਵੀ ਲੋਕ, ਬੁੱਧੀਜੀਵੀ ਵੀ ਪੰਜਾਬ ਤੇ ਲੱਗੇ ਜ਼ਖਮਾਂ ਤਾਂ ਦੱਸ ਦਿੰਦੇ ਆ, ਪੰਜਾਬ ਦੀ ਬਿਮਾਰੀਆਂ ਦੱਸ ਦਿੰਦੇ ਆ, ਪਰ ਇਲਾਜ ਕੋਈ ਨਹੀਂ ਦੱਸਦਾ। ਇਲਾਜ ਕੀ ਹੈ ਇਹਨਾਂ ਦਾ? ਜੀ, ਇਲਾਜ ਇਹੋ ਹੈ। ਪਹਿਲੀ ਚੀਜ਼ ਜੋ ਮੈਂ ਤੁਹਾਨੂੰ ਦੱਸ ਹੀ ਚੁੱਕੀ ਹਾਂ ਕਿ ਇਹਨਾਂ ਨੌਜਵਾਨਾਂ ਨੂੰ ਸੇਧ ਮਿਲਣ ਦੀ ਲੋੜ ਹੈ। ਜਿਹੜੇ ਸਾਡੇ ਅਸਲ ਹੀਰੋਜ਼ ਸੀ, ਅਸੀਂ ਉਹ ਗਾਇਬ ਕਰ ਦਿੱਤੇ ਨੇ। ਜਿਨ੍ਹਾਂ ਨੇ ਯਾਨੀ ਆਪਣੇ ਇੱਕ ਟਰੈਂਡ ਤੋਂ ਹਟ ਕੇ ਮਿਸਾਲ ਕਾਇਮ ਕੀਤੀ। ਜਿਵੇਂ ਹੁਣੇ ਸਾਡੇ ਇੱਕ ਹੀਰੋ ਸਨ ਮਿਲਖਾ ਸਿੰਘ ਜੀ, ਉਹ ਨਿਕਲੇ ਤਾਂ ਜਿਸ ਹਾਲਾਤ ਵਿੱਚ ਉਹ ਪਲੇ, ਜਿਸਦਾਂ ਹਾਲਤਾਂ 'ਚੋਂ ਨਿਕਲ ਕੇ ਇਹ ਵੀ ਤਰੀਕਾ ਹੋ ਸਕਦਾ ਸੀ ਕਿ ਸਾਰੀ ਉਮਰ ਸਿਰਫ ਇੱਕ ਦੁਸ਼ਮਣੀ ਪਾਲਣੀ ਉਸ ਮੁਲਕ ਨਾਲ, ਅਤੇ ਉਸ ਨੂੰ ਪੋਜ਼ਿਟਿਵਿਟੀ ਵਿੱਚ ਕਿਵੇਂ ਕਨਵਰਟ ਕਰਨਾ ਹੈ, ਇਹ ਸਾਡੇ ਹੱਥ ਹੁੰਦਾ ਹੈ। ਪਹਿਲੀ ਚੀਜ਼, ਸੋ ਇਹ ਪਹਿਲਾ ਕਦਮ ਸਾਡੇ ਨੌਜਵਾਨਾਂ ਨੂੰ ਆਪ ਪੁੱਟਣਾ ਪੈਣਾ। ਰਾਹ ਮੈਂ ਦੱਸ ਚੁੱਕੀ ਹਾਂ ਕਿ ਭਈ ਆਪ ਜੱਜ ਬਣੋ, ਆਪ ਵਕੀਲ ਬਣੋ, ਆਪ ਕਾਨੂੰਨ ਦੇ ਘਾੜੇ ਬਣੋ। ਇਸ ਨੈਕਸਸ ਦੇ ਵਿੱਚ ਜੋ ਜੁੜੇ ਨੇ ਪੋਲੀਟੀਕਲ ਬੰਦੇ ਵੀ, ਉਹਨਾਂ ਨੂੰ ਵੀ, ਅਤੇ ਜੋ ਹੇਠਲੀ ਪੱਧਰ 'ਤੇ ਪਹੁੰਚ ਚੁੱਕੇ ਨੇ, ਯਾਨੀ ਇਹ ਪੂਰੇ ਨੈਕਸਸ ਨੂੰ ਖ਼ਤਮ ਕਰਨ ਦਾ ਤਰੀਕਾ ਇਹੋ ਹੈ ਕਿ ਅਸੀਂ ਆਪਣਾ ਨਜ਼ਰੀਆ ਇਹਨਾਂ ਪ੍ਰਤੀ ਬਦਲ ਕੇ ਆਪ ਜੰਗ ਵਿੱਢੀਏ, ਨਾ ਕਿ ਉਹਦੇ ਅੱਗੇ ਗੋਡੇ ਟੇਕ ਦਈਏ। ਪਰ ਉਹਦੇ ਵਿੱਚ ਇੱਕ ਵੱਡਾ ਰੋਲ ਹੈ NGOs ਦਾ, ਜਿਨ੍ਹਾਂ ਨੇ ਇਹਨਾਂ ਨੂੰ ਸਾਈਕੋਲੋਜੀਕਲ ਸਪੋਰਟ ਦੇਣੀ ਹੈ, ਸੋਸ਼ਲ ਸਪੋਰਟ ਦੇਣੀ ਹੈ, ਫਾਈਨੈਂਸ਼ੀਅਲ ਸਪੋਰਟ ਦੇਣੀ ਹੈ। ਇਹਨਾਂ ਨੂੰ ਢੰਗ ਸਿਖਾਉਣਾ ਹੈ ਕਿ ਕਿਸ ਤਰੀਕੇ ਤੁਸੀਂ ਆਪਣਾ ਸਵੈ ਰੁਜ਼ਗਾਰ ਸ਼ੁਰੂ ਕਰੋ। ਸਿਰਫ ਗੋਡੇ ਸਰਕਾਰਾਂ ਅੱਗੇ ਨਾ ਟੇਕੀ ਜਾਓ ਕਿ ਇਹੀ ਨੌਕਰੀਆਂ ਦੇਣ, ਬਲਕਿ ਆਪਣੇ ਆਪ ਆਪਣੇ ਲੈਵਲ 'ਤੇ। ਮਿਸਾਲ ਵਜੋਂ ਪਿੰਡ ਸਾਡੇ ਤਾਂ ਇਤਿਹਾਸ ਭਰਿਆ ਪਿਆ, ਪੰਜਾਬ ਵਿੱਚ ਹਰ ਇੰਚ 'ਤੇ ਇਤਿਹਾਸ ਹੈ। ਜੇ ਕੁਝ ਸੰਘੋਲ ਪਿੰਡ ਦੀ ਮੈਂ ਲੈ ਲੈਂਦੀ ਹਾਂ, ਜੋ ਉਸ ਥਾਂ 'ਤੇ ਹਾਲ ਹੈ, ਮੈਂ ਵੇਖ ਆਈ ਹਾਂ। 5 ਸੱਭਿਅਤਾਵਾਂ ਜਿੱਥੇ ਪਈਆਂ ਹੋਣ ਅਤੇ ਸਾਡਾ ਉਹ ਰੁਲਿਆ ਪਿਆ ਥਾਂ ਹੋਵੇ, ਮਾੜੀ ਗੱਲ ਹੈ। ਉਸ ਥਾਂ 'ਤੇ ਤਾਂ ਸਗੋਂ ਜੇ ਤੁਸੀਂ ਇੰਟਰਨੈਸ਼ਨਲ ਟੂਰਿਜ਼ਮ ਸ਼ੁਰੂ ਕਰੋ, ਮੈਂ ਤੁਹਾਨੂੰ ਦੱਸ ਸਕਦੀ ਹਾਂ ਕਿ ਉੱਥੇ ਵਾਰੀ ਨਹੀਂ ਮਿਲਣੀ ਅੰਦਰ ਜਾ ਕੇ ਦੇਖਣ ਲਈ, ਸਿਰਫ ਉਹਨੂੰ ਉਸਾਰਨ ਦੀ ਲੋੜ ਹੈ। ਅਫਸੋਸ ਅਸੀਂ ਆਪਣਾ ਇਤਿਹਾਸ ਖ਼ਤਮ ਕਰੀ ਜਾਂਦੇ ਹਾਂ। ਜੇ ਅਸੀਂ ਵੀ ਕਿਤੇ ਜਰਮਨੀ ਵਾਂਗ ਸਿੱਖ ਲਈਏ ਕਿਵੇਂ ਉਹਨਾਂ ਨੇ ਇੰਨੇ ਸਾਲ ਪੁਰਾਣੀ ਚੀਜ਼, ਅਤੇ ਸਾਡੇ ਤਾਂ ਉਹਨਾਂ ਨੇ ਤਾਂ ਕਈ ਸਾਲ ਯਾਨੀ 1000 ਸਾਲ ਪੁਰਾਣੀ ਚੀਜ਼ ਵੀ ਉੱਥੇ ਸਾਂਭੀ ਮਿਲ ਜਾਂਦੀ ਹੈ। ਸਾਡਾ ਤਾਂ ਇਤਿਹਾਸ ਹੀ 550 'ਤੇ ਮੁੱਕ ਜਾਂਦਾ। ਜੇ ਅਸੀਂ ਹੁਣ ਵੀ ਨਾ ਸਾਂਭ ਸਕੇ ਤਾਂ ਫਿਰ ਕਦੋਂ ਸਾਂਭਣਾ ਹੈ? ਇਹ ਸਮਾਂ ਹੈ। ਉਸੇ ਥਾਂ 'ਤੇ ਜੇ ਸਾਡੇ ਇੱਕ ਲੋਗੋਜ਼ ਤਿਆਰ ਕਰਨ ਵਾਲਾ ਪੂਰੀ ਟੀਮ ਤਿਆਰ ਹੋ ਜਾਵੇ, ਉਸੇ ਥਾਂ 'ਤੇ ਇੱਕ ਯਾਨੀ ਕਾਰ ਦੇ ਉੱਤੇ ਘੁਮਾ ਕੇ ਥਾਂ ਲਿਜਾਉਣ ਵਾਲਿਆਂ ਦੀ, ਉਹਨਾਂ ਨੂੰ ਰੁਜ਼ਗਾਰ ਮਿਲ ਸਕਦਾ। ਉਸੇ ਥਾਂ 'ਤੇ ਵਧੀਆ ਹੋਟਲ ਖੁੱਲ੍ਹ ਸਕਦੇ ਨੇ ਜਿੱਥੇ ਰਿਹਾ ਜਾ ਸਕਦਾ, ਖਾਣਾ ਬਣਾਇਆ ਜਾ ਸਕਦਾ। ਟੀ-ਸ਼ਰਟਸ ਤਿਆਰ ਕਰ ਦਿਓ, ਹੱਥ ਦੀਆਂ ਬਣੇ ਉੱਥੇ ਚੀਜ਼ਾਂ ਤਿਆਰ ਕਰੋ। ਤਾਂ ਯਾਨੀ ਕੁਛ ਵਿਜ਼ਨ ਵੀ ਚੀਜ਼ ਹੁੰਦੀ ਹੈ ਕਿ ਤੁਸੀਂ ਕਰਨਾ ਕੀ ਹੈ, ਨਾ ਕਿ ਸਿਰਫ ਕਮਰਿਆਂ ਵਿੱਚ ਦਫਨ ਹੋ ਕੇ ਤੁਸੀਂ ਖੋਲ੍ਹੋ ਆਪਣੇ ਮੋਬਾਈਲ ਅਤੇ ਆਪਣੀ ਖਲਕਤ ਨੂੰ ਕਹੋ, ਹਾਂਜੀ ਮੈਂ ਸੁੱਖ ਸਾਂਦ ਹਾਂ, ਮੈਂ AC ਦੇ ਵਿੱਚ ਬੈਠਾ ਬਹੁਤ ਖੁਸ਼ ਹਾਂ, ਤੁਸੀਂ ਵੀ ਉਮੀਦ ਹੈ ਖੁਸ਼ੀ ਹੋਵੋਗੇ। ਇਹ ਢੰਗ ਤਰੀਕੇ ਨਹੀਂ ਹੁੰਦੇ। ਜੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਤਿਆਰ ਕਰਨਾ ਤਾਂ ਲੋਕਾਂ ਵਿੱਚ ਵਿਚਰਨਾ ਪੈਂਦਾ, ਉਤਰਨਾ ਪੈਂਦਾ, ਉਹਨਾਂ ਦੀ ਤਕਲੀਫ ਸੁਣਨੀ ਪੈਂਦੀ ਹੈ, ਹੰਡਾਉਣੀ ਪੈਂਦੀ ਹੈ। ਫਿਰ ਦੇਖੋ ਲੋਕਾਂ ਦਾ ਪਿਆਰ ਕਿਸ ਤਰੀਕੇ ਮਿਲਦਾ। ਇਹ ਸਾਡੇ ਨਾਲ ਅਸੀਂ ਡਾਕਟਰ ਹਰਸ਼ਿੰਦਰ ਕੌਰ, ਜਿਨ੍ਹਾਂ ਦਾ ਕਹਿਣਾ ਕਿ ਜੇ ਪੰਜਾਬ ਨੂੰ, ਪੰਜਾਬੀਅਤ ਨੂੰ ਬਚਾਉਣਾ ਤਾਂ ਨੌਜਵਾਨਾਂ ਨੂੰ ਖੁਦ ਅੱਗੇ ਆਉਣਾ ਪਊਗਾ, ਆਪਣੇ ਹੱਥ 'ਚ ਆਪਣੇ ਸੂਬੇ ਦੀ ਵਾਗਡੋਰ ਸੰਭਾਲਣੀ ਪਊਗੀ।